राम रहीम 7वीं वार पैरोल ते बाहर आया है और फिर तो चर्चावां विरोध शुरू हो गया है। ਕਾਨੂੰਨ ਉਹਨਾਂ ਬਾਰੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਰੱਖੀ ਹੈ ਤੇ ਉਹਨਾਂ ਦੇ ਕਾਨੂੰਨ ਹੈ ਨਹੀਂ। ਪੂਰਾ ਰਾਜਨੀਤੀ ਹੈ ਇਸ ਟਾਈਮ, ਰਾਜਨੀਤੀ ਵੋਟ ਬੈਂਕ ਦੇ ਮੁਤਾਬਕ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਸਰਕਾਰਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹਦੇ ਮਾਂ ਪਿਓ ਮਰੇ ਹੈ, ਜਿਹਦੇ ਬੱਚੇ ਮਰ ਗਏ, ਜਿਹੜੇ ਮੁੰਡੇ ਨਪੁੰਸਕ ਹੋ ਗਏ, ਉਹਨਾਂ ਦੇ ਸਾਰਿਆਂ ਦੇ ਬਾਰੇ ਤੁਸੀਂ ਸੋਚੋ। मन च डर होया कि यार किते ना किते मेरा कोई नुकसान ना कर देन कोई। ਜਦੋਂ ਕੁੜੀਆਂ ਨੇ ਵਿਚਾਰੀਆਂ ਨੇ ਉੱਥੇ ਬਿਆਨ ਦਿੱਤੇ ਆ ਰੋ ਰੋ ਕੇ, ਤੇ ਔਰ ਕਿਵੇਂ ਕਿੰਨੀਆਂ ਆਪਣੇ ਲੜਕੀਆਂ ਦੀਆਂ ਅਨਮੈਰਿਡ ਲੜਕੀਆਂ ਦੀਆਂ ਬੱਚੇ ਦੀਆਂ ਕਢਾਈਆਂ ਹੈ, ਕਿੰਨਿਆਂ ਨੂੰ ਹੁਣ ਨਪੁੰਸਕ ਬਣਾਤਾ। ਉਹਨਾਂ ਤੋਂ ਜਾ ਕੇ ਸੁਣੋ ਨਾ ਵੀ ਇਹ ਕਿੰਨਾ ਕੁ ਦੁੱਧ ਹੋਤਾ ਹੈ। ਔਰ ਜਿਹੜੀਆਂ ਨੇ ਰੋ ਰੋ ਕੇ ਆਪਦੇ ਘਰ ਬਰਬਾਦ ਕਰਕੇ ਇਹਦੇ ਖਿਲਾਫ ਗਵਾਹੀ ਦਿੱਤੀ ਹੈ ਔਰ ਉਹਨਾਂ ਦੀ ਸਾਬਤ ਸੱਚੀ ਹੋਈ ਹੈ, ਉਹਨਾਂ ਨੂੰ ਪੁੱਛੋ ਵੀ ਇਹ ਕਿੰਨਾ ਕੁ ਭਗਤ ਹੈ। ਤੁਹਾਡੇ ਕੋਲ ਕੀ ਇਨਪੁਟ ਹੈ ਬੇਅਦਬੀ ਮਸਲੇ ਤੇ? ਰਾਮ ਰਹੀਮ ਹੀ ਮਾਸਟਰਮਾਈਂਡ ਹੈ ਜਿਹੜੀ ਅੱਜ ਤੱਕ ਤੁਸੀਂ ਕੈਮਰੇ ਅੱਗੇ ਨਹੀਂ ਬੋਲੀ ਹੋਵੇਗੀ। ਜਦੋਂ ਮੈਂ ਉੱਥੇ ਦੇਖਿਆ, ਅੱਖੀਂ ਦੇਖਿਆ ਆਪਣੇ ਗੁਫਾ ਦੇ ਵਿੱਚ ਸਾਰੇ ਬਰੇਟੇ ਹੋਰਿਆਂ ਨੂੰ, ਉੱਥੇ ਸਾਰਾ ਸਾਹਮਣੇ ਮਹਾਰਾਜ ਜੀ ਵਰਤਾਏ ਪੂਰਾ ਕੂੜ ਬੋਲਦਾ ਸੀ ਤੇ ਪੂਰਾ ਬੋਲਦੇ ਸੀ। ਹੋ ਹੀ ਨਹੀਂ ਸਕਦਾ ਵੀ ਇਹ ਜਿਹੜੇ ਬਰੇਟੇ ਹੋਰੀਆਂ ਜਿਹਨਾਂ ਦਾ ਨਾਂ ਹੈ ਇਹਦੇ ਕਹਿਣ ਤੋਂ ਬਿਨਾਂ ਇੱਕ ਡੇਰੇ 'ਚੋਂ ਪੈਰ ਵੀ ਪੱਟ ਜਾਣ। ਮਹਾਰਾਜ ਜੀ ਵਰਤਾਏ ਤਾਂ ਇਹਦੀ ਸੋਚ ਇੰਨੀ ਭੈੜੀ ਸੀ, ਇੰਨੀ ਮਾੜੀ ਸੀ, ਕਹਿ ਨਹੀਂ ਸਕਦੇ। ਮੈਂ ਆਪ ਦਾ ਦਿਮਾਗ, ਆਪ ਦਾ ਦਿਲ ਵੀ ਦੁਖਦਾ। ਇਹਦੇ ਨਾਂ, ਇਹਦੇ ਨਾਂ ਲੈਣੇ ਮਾੜਾ ਹੈ ਔਰ ਇਹ ਉਸ ਪ੍ਰਥਾਏ ਤਾਂ ਮੈਂ ਇਹਦਾ ਕਹਿ ਨਹੀਂ ਸਕਦਾ, ਆਪ ਦਾ ਮੂੰਹ ਖਰਾਬ ਹੁੰਦਾ। ਡੇਰੇ ਦਾ ਕੀ ਭਵਿੱਖ ਹੈ? ਕੌਣ ਇਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ? ਪ੍ਰੀਤ ਨੇ ਇੱਕ ਤਰ੍ਹਾਂ ਦਾ ਸਮਝ ਲਿਆ ਵੀ ਡੇਰੇ ਤੇ ਕਬਜ਼ਾ ਔਰ ਸਾਰੇ ਚੀਜ਼ ਤੇ ਕਬਜ਼ਾ ਮੈਂ ਕਰਨਾ ਹੈ। ਉਹ ਉਸ 'ਚ ਸਫਲ ਹੋ ਚੁੱਕੀ ਹੈ। ਪਰਿਵਾਰ ਨੂੰ ਇਸ ਤਰ੍ਹਾਂ ਦੇਖੀਏ ਤਾਂ ਪਰਿਵਾਰ ਨੂੰ ਇੱਥੋਂ ਸਾਰਾ ਇਸ ਇੰਡੀਆ 'ਚੋਂ ਬਾਹਰ ਕੱਢਤਾ। ਡੇਰਾ ਮੁਖੀ ਰਾਮ ਰਹੀਮ 7ਵੀਂ ਵਾਰ ਪੈਰੋਲ ਤੇ ਬਾਹਰ ਆਇਆ ਹੈ ਔਰ ਫਿਰ ਤੋਂ ਚਰਚਾਵਾਂ ਵਿਰੋਧ ਸ਼ੁਰੂ ਹੋ ਗਿਆ। ਡੇਰਾ ਮੁਖੀ ਰਾਮ ਰਹੀਮ ਤੇ ਹੁਣ ਤੱਕ ਕਈ ਮੁਕੱਦਮੇ ਹੋਏ, ਜਿਨ੍ਹਾਂ 'ਚੋਂ 3 ਮੁਕੱਦਮਿਆਂ 'ਚ ਉਹਨਾਂ ਨੂੰ ਸਜ਼ਾ ਹੁੰਦੀ ਆ ਔਰ ਉਸ ਦਾ ਮੁੱਖ ਗਵਾਹ ਸੀ ਖੱਟਾ ਸਿੰਘ। ਖੱਟਾ ਸਿੰਘ ਕੌਣ ਹੈ? ਖੱਟਾ ਸਿੰਘ ਰਾਮ ਰਹੀਮ ਦਾ ਪਰਸਨਲ ਡਰਾਈਵਰ ਸੀ ਔਰ ਹਾਲੇ ਵੀ ਰਾਮ ਰਹੀਮ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਨੇ। ਉਹਨਾਂ ਦੇ ਉੱਤੇ ਇੱਕ ਹੋਰ ਮੁਕੱਦਮਾ ਨਪੁੰਸਕ ਦਾ ਕਹਿ ਲਈਏ ਜਿਹੜੇ ਮੁੰਡੇ ਹੋਏ, ਉਹ ਮੁਕੱਦਮਾ ਹਾਈ ਕੋਰਟ ਦੇ ਵਿੱਚ ਹੈ। ਉਹ ਮੁਕੱਦਮਾ ਅੱਗੇ ਕਿਉਂ ਨਹੀਂ ਵੱਧ ਰਿਹਾ? ਰਾਮ ਰਹੀਮ ਹੁਣ ਪੈਰੋਲ ਤੇ ਵਾਰ-ਵਾਰ ਬਾਹਰ ਕਿਉਂ ਆ ਰਿਹਾ ਹੈ? ਇਸ ਦੇ ਪਿੱਛੇ ਕੌਣ ਹੈ? ਹੁਣ ਰਾਮ ਰਹੀਮ ਦੀ ਪਿੱਠ ਕੌਣ ਥਾਪੜ ਰਿਹਾ ਹੈ? ਕਿਉਂਕਿ ਇੱਕ ਸਮਾਂ ਸੀ ਰਾਮ ਰਹੀਮ ਦੇ ਸਾਰੇ ਰਾਹ ਬੰਦ ਹੋ ਗਏ ਸੀ, ਪਰ ਕਿਤੇ ਨਾ ਕਿਤੇ ਰਾਮ ਰਹੀਮ ਦਾ ਵਾਰ-ਵਾਰ ਪੈਰੋਲ ਤੇ ਬਾਹਰ ਆਉਣਾ ਹਰ ਇੱਕ ਦੇ ਲਈ ਗਲੇ ਦੀ ਹੱਡੀ ਹੈ। ਉਹ ਉਹਨਾਂ ਦੇ ਲਈ ਗਲੇ ਦੀ ਹੱਡੀ ਖਾਸ ਕਰ ਹੈ ਜਿਨ੍ਹਾਂ ਨੇ ਡਟ ਕੇ ਵਿਰੋਧ ਕੀਤਾ। ਆਪਣਾ ਪਰਿਵਾਰ ਤੱਕ ਉਜਾੜਾ ਹੋ ਗਿਆ ਉਹਨਾਂ ਦਾ, ਪਰ ਉਹਨਾਂ ਨੇ ਇੱਕ ਪੈਰ ਵੀ ਪਿੱਛੇ ਨਹੀਂ ਪੱਟਿਆ। ਤਾਂ ਖੱਟਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ तमाम ਮਸਲਿਆਂ ਤੇ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਜਾਣਾਂਗੇ ਕਿ ਹੁਣ ਅਸਲ ਦੇ ਵਿੱਚ ਰਾਮ ਰਹੀਮ ਦੇ ਬਾਹਰ ਆਉਣ ਦੇ ਨਾਲ ਸਿਆਸਤ 'ਚ ਕੀ ਫਰਕ ਪੈ ਸਕਦਾ ਹੈ, ਹੋਰ ਜਿਹੜੇ ਕੇਸ ਨੇ ਉਹ ਕਿਵੇਂ ਅੱਗੇ ਜਾਣਗੇ ਔਰ ਰਾਮ ਰਹੀਮ ਨੂੰ ਅੱਗੇ ਜਾ ਕੇ ਹੋਰ ਕਿਹੜੀਆਂ ਸਜ਼ਾਵਾਂ ਹੋ ਸਕਦੀਆਂ ਨੇ। ਤਾਂ ਖੱਟਾ ਸਿੰਘ ਦਾ ਪਹਿਲਾਂ ਸਵਾਗਤ ਕਰਦੇ ਆ ਪ੍ਰੋ ਪੰਜਾਬ ਟੀਵੀ ਤੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋ ਜੀ। 7ਵੀਂ ਵਾਰ ਪੈਰੋਲ ਮਿਲ ਗਈ ਹੈ ਖੱਟਾ ਸਿੰਘ ਜੀ। ਹੁਣ ਤੁਸੀਂ ਜਿਵੇਂ ਪਹਿਲੀ ਪੈਰੋਲ ਹੋਈ, ਦੂਜੀ ਪੈਰੋਲ ਹੋਈ, ਕੋਈ ਖਾਸ ਅਸਰ ਨਹੀਂ ਦਿਖਿਆ, ਪਰ ਲਗਾਤਾਰ ਪੈਰੋਲ ਮਿਲਣੀ ਕਿਵੇਂ ਵੇਖਦੇ ਹੋ ਇਸ ਸਾਰੀ ਚੀਜ਼ਾਂ ਨੂੰ? ਕੌਣ ਹੈ ਇਸ ਦੇ ਪਿੱਛੇ? ਇਸ ਦੇ ਪਿੱਛੇ ਰਾਜਨੀਤੀ ਮੈਨੂੰ ਤਾਂ ਇਹੀ ਹੈ ਵੀ ਰਾਜਨੀਤੀਆਂ ਦਾ ਕੰਮ ਹੋ ਰਿਹਾ, ਹੋਰ ਤਾਂ ਕੋਈ ਨਹੀਂ। ਕਿਉਂਕਿ ਅੱਜ ਆਪਾਂ ਮੰਨ ਕੇ ਚੱਲੋ ਵੀ ਹੋਰ ਬੰਦੀ ਸਿੰਘ ਹੈ, ਹੋਰ ਕਈਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਕਈਆਂ ਹੋਈ ਤਕਰੀਬਨ ਜਿਨ੍ਹਾਂ ਦੀਆਂ ਉਹਨਾਂ ਵਾਸਤੇ ਮੋਰਚੇ ਵੀ ਲੱਗੇ ਪਏ ਆ, ਅੱਡੋ ਅੱਡੀ ਸੰਘਰਸ਼ ਵੀ ਪੂਰਾ ਕਰ ਰਹੇ ਆ ਔਰ ਉਹਨਾਂ ਬਾਰੇ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ। ਕੋਈ ਦਿੱਲੀ ਹੈ, ਕੋਈ ਪੰਜਾਬ ਹੈ, ਕੋਈ ਹੈ, ਕੋਈ ਉਹਨਾਂ ਦੀ ਟਸ ਤੋਂ ਮਸ ਨਹੀਂ ਹੋ ਰਹੀ। ਔਰ ਇੱਕ ਬੰਦੇ ਦੇ ਬਲਾਤਕਾਰ ਦੇ ਔਰ ਮਰਡਰ ਕੇਸ ਸਾਬਤ ਹੋ ਚੁੱਕੇ ਹੈ ਔਰ ਇੱਕ ਅੱਗੇ ਜਿਹੜੇ ਨਪੁੰਸਕ ਮੁੰਡੇ ਬਣਾਏ ਆ ਉਹਨਾਂ ਦੇ ਕੇਸ ਆਉਣ ਵਾਲੇ ਅੱਗੇ ਚੱਲੀ ਆ। ਉਸ ਸਾਨੂੰ ਤਾਂ ਇੱਕ ਤਾਂ ਇਹ ਮੁੰਡਿਆਂ ਨੂੰ ਜਿਹੜੇ ਨਪੁੰਸਕ ਬਣਾਏ ਆ ਉਹਨਾਂ 'ਤੇ ਵਿਚਾਰਿਆਂ 'ਤੇ ਮੈਨੂੰ ਇਹ ਤਰਸ ਆਉਂਦਾ ਵੀ ਉਹ ਕੇਸ 2 ਸਾਲ ਹੋ ਗਏ ਹਾਈ ਕੋਰਟ 'ਚ ਹੀ ਅਟਕਿਆ ਪਿਆ। ਉੱਥੇ CBI
ਔਰ ਡੇਰਾ ਵਾਲਿਆਂ ਦਾ ਚੱਲ ਰਿਹਾ, CBI ਵਾਲੇ ਕਦੇ ਪਹੁੰਚਦੇ ਆ, ਪਤਾ ਨਹੀਂ ਪਹੁੰਚਦੇ, ਡੇਰੇ ਵਾਲਿਆਂ ਦੇ ਵਕੀਲ ਇੱਥੇ ਹੁੰਦੇ ਆ, ਉਹ ਜਾ ਕੇ ਤਰੀਕ ਲੈ ਜਾਂਦੇ ਆ। ਪੰਚਕੂਲੇ ਜੱਜ ਸਾਹਿਬ ਦੇ ਚੱਲ ਰਿਹਾ, ਉਹ ਉਹਨਾਂ ਚਿਰ ਪੰਚਕੂਲੇ ਬੰਦ ਪਿਆ, ਜਿੰਨਾ ਚਿਰ ਹਾਈ ਕੋਰਟ ਚੋਂ ਨਹੀਂ ਆਉਂਦਾ ਉਹਨਾਂ ਚਿਰ ਪੰਚਕੂਲੇ ਸ਼ੁਰੂ ਨਹੀਂ ਹੁੰਦਾ। ਪਰ ਤੁਸੀਂ ਕਹਿੰਦੇ ਹੋ ਕਿ ਰਾਜਨੀਤਿਕ ਇਸ ਦੇ ਪਿੱਛੇ, ਪਰ ਡੇਰਾ ਪ੍ਰੇਮੀ ਦਾ ਕਹਿੰਦੇ ਆ ਕਿ ਕਾਨੂੰਨ ਮੁਤਾਬਕ ਪੈਰੋਲ ਮਿਲੀ ਆ, ਅਗਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਕੋਰਟ 'ਚ ਜਾਵੇ। ਨਹੀਂ ਤੇ ਕਾਨੂੰਨ ਉਹਨਾਂ ਬਾਰੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਰੱਖੀਆਂ ਤੇ ਉਹਨਾਂ ਦੇ ਕਾਨੂੰਨ ਹੈ ਨਹੀਂ, ਉਹ ਵੀ ਕੋਰਟ 'ਚ ਜਾਂਦੇ ਆ, ਉਹ ਵੀ ਸਾਰਿਆਂ ਨੇ ਉਹਨਾਂ ਵਾਸਤੇ ਮੋਰਚੇ ਵੀ ਲੱਗੇ ਆ। ਸਿੱਧੇ ਤੌਰ ਤੇ ਰਾਜਨੀਤਿਕ ਕਾਨੂੰਨ ਜਿਹੜੀ ਹੈ ਉਹ ਆਪਣੇ ਹੱਥ 'ਚ ਲੈ ਕੇ ਚੱਲ ਰਹੀ ਹੈ। ਪੂਰਾ ਰਾਜਨੀਤੀ ਹੈ ਇਸ ਟਾਈਮ, ਰਾਜਨੀਤੀ ਵੋਟ ਬੈਂਕ ਦੇ ਮੁਤਾਬਕ ਹੀ ਇਹ ਸਾਰਾ ਕੁਝ ਹੋ ਰਿਹਾ। ਵੈਸੇ ਜੇ ਦੇਖੀਏ ਉਹ ਆਦੇ ਹੁੰਦੇ ਨੇ ਇੱਕ ਵੋਟ ਪਿੱਛੇ ਲੋਕ, ਉਹ ਹੈ ਜਿਹੜਾ ਇਹਦਾ ਡਰ ਸੀ ਜਾਂ ਪੈ ਸੀ, ਵੋਟ ਬੈਂਕ ਵੂੰਗੇ ਸਾਰੇ ਇਹਦੇ ਖਤਮ ਹੋ ਚੁੱਕੇ ਆ, ਕੋਈ ਨਹੀਂ ਹੈ, ਸਭ ਉਹ ਗੱਲਾਂ ਨਹੀਂ ਹੈ। ਪਰ ਹੁਣ ਉਹ ਆਦੇ ਹੁੰਦੇ ਨੇ ਜਦੋਂ ਇਕੱਠ ਕਰਨਾ ਹੁੰਦਾ ਕਿਵੇਂ ਬੰਦਿਆਂ ਨੂੰ, ਕਿਸੇ ਨੂੰ ਕੁਛ ਕਹਿ ਕੇ ਕਿਸੇ ਨੂੰ ਕੁਛ ਕਹਿ ਕੇ ਉੱਥੇ 1000 500 2000 ਇਕੱਠਾ ਕਰਕੇ ਉਹ ਦਿਖਾ ਦਿੰਦੇ ਆ ਵੀ ਆਹ ਦੇਖੋ ਜੀ ਇੰਨੇ ਬੰਦੇ ਇਕੱਠੇ ਹੋ ਗਏ, ਇੰਨੇ ਹੁਣ ਵੀ ਮੰਗਰ ਹੈ ਨਹੀਂ। ਪਰ ਸਰਕਾਰਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹਦੇ ਮਾਂ ਪਿਓ ਮਰੇ ਹੈ, ਜਿਹਦੇ ਬੱਚੇ ਮਰ ਗਏ, ਜਿਹੜੇ ਮੁੰਡੇ ਨਪੁੰਸਕ ਹੋ ਗਏ, ਉਹਨਾਂ ਦੇ ਸਾਰਿਆਂ ਦੇ ਬਾਰੇ ਤੁਸੀਂ ਸੋਚੋ ਔਰ ਉਹਨਾਂ ਨੂੰ ਵੀ ਅੱਗੇ ਇਨਸਾਫ ਮਿਲ ਜਾਣ ਦਿਓ। ਦੋਸ਼ੀ ਨੂੰ ਇੰਨੀ ਖੁੰਦਕ ਉਸ ਦੇ ਨਾਲ ਨਹੀਂ ਹੁੰਦੀ ਜਿਸ ਨਾਲ ਉਸਨੇ ਕੋਈ ਗਲਤ ਕੰਮ ਕੀਤਾ ਹੋਵੇ, ਉਸ ਨਾਲ ਜ਼ਿਆਦਾ ਖੁੰਦਕ ਹੋ ਜਾਂਦੀ ਹੈ ਜਿਹੜਾ ਉਸ ਦੇ ਵਿਰੋਧ 'ਚ ਮੁੱਖ ਗਵਾਹ ਬਣਿਆ ਹੋਵੇ, ਹੈ ਨਾ। ਤੁਹਾਨੂੰ ਉਸ ਵਕਤ ਡਰ ਰਿਹਾ ਤਾਂ ਲਗਾਤਾਰ ਪੈਰੋਲ ਮਿਲਣੀ, ਮਾਹੌਲ ਸ਼ਾਂਤ ਹੋਣਾ, ਮਾਹੌਲ ਦੁਬਾਰਾ ਰਾਮ ਰਹੀਮ ਦੇ ਨਾਲ ਲੋਕ ਜੁੜਨੇ, ਕਦੇ ਡਰ ਆਇਆ ਪੈਦਾ ਮਨ 'ਚ ਡਰ ਹੋਇਆ ਕਿ ਯਾਰ ਕਿਤੇ ਨਾ ਕਿਤੇ ਮੇਰਾ ਕੋਈ ਨੁਕਸਾਨ ਨਾ ਕਰ ਦੇਣ ਕੋਈ? ਦੇਖੋ ਜੀ ਹੁਣ ਡਰ ਤਾਂ ਰਹਿੰਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਆਪਾਂ ਕੋਈ ਖੁਦਾ ਨਹੀਂ ਹੈ, ਕੋਈ ਹੋਰ ਇੱਕ ਆਮ ਇਨਸਾਨ ਛੋਟੇ ਜਿਹੇ ਕਰਦੇ ਹਾਂਗੇ, ਕੋਈ ਵੱਡੇ, ਪਰ ਫਿਰ ਵੀ ਉਹ ਪਰਮਾਤਮਾ, ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਉਹਦਾ ਲੱਖ ਲੱਖ ਸ਼ੁਕਰ ਹੈ, ਉਹਨਾਂ ਨੇ ਮੈਨੂੰ ਅੰਦਰੋਂ ਨਹੀਂ ਪੈ ਆਉਣ ਦਿੱਤਾ, ਨਹੀਂ ਡਰ। ਹਰ ਥਾਂ 'ਤੇ ਸੱਚਾਈ ਤੇ ਮੈਂ ਅੜ ਕੇ ਖੜਾ ਹਾਂ ਔਰ ਸੱਚਾਈ 'ਤੇ ਹੀ ਮੈਂ ਚੱਲਿਆ। ਮੇਰਾ ਕੋਈ ਇਹਦੇ ਨਾਲ ਨਿੱਜੀ ਦੁਸ਼ਮਣੀ ਜਾਂ ਕੋਈ ਮੇਰਾ ਇਹਦੇ ਨਾਲ ਲੱਗ ਡੇਟਾ ਕੋਈ ਨਹੀਂ ਸੀ, ਸਿਰਫ ਜੋ ਦੇਖਿਆ ਸੀ, ਅੱਖੀਂ ਕੰਨੀ ਸੁਣਿਆ ਸੀ, ਉਹੀ ਅੱਗੇ ਬੋਲਿਆ ਤੇ ਉਹੀ ਅੱਗੇ ਚੱਲਿਆ। ਤੁਸੀਂ ਨਾਲ ਰਹੇ ਹੋ ਹਰ ਕੇਸ 'ਚ, ਤੁਸੀਂ ਮੁੱਖ ਗਵਾਹ ਹੋ। ਹੁਣ ਚੌਥਾ ਕੇਸ ਕਿਹੜਾ ਹੈ ਜਿਸ 'ਚ ਰਾਮ ਰਹੀਮ ਦੀ ਜਿਹੜੀ ਮੁਸ਼ਕਲਾਂ ਨੇ ਉਹ ਵੱਧ ਰਹੀਆਂ ਨੇ? ਮੁੰਡੇ ਜਿਹੜੇ ਨੇ ਉਹ ਕਿਵੇਂ ਤੁਸੀਂ ਉਸ ਕੇਸ ਦੇ ਵਿੱਚ ਹੱਲਾਸ਼ੇਰੀ ਉਹਨਾਂ ਮੁੰਡਿਆਂ ਨੂੰ ਦਿੱਤੀ ਜਿਨ੍ਹਾਂ ਨੂੰ ਨਮਰਦ ਕਰ ਦਿੱਤਾ ਗਿਆ? ਉਹਨਾਂ ਨੇ 8-9 ਮੁੰਡਿਆਂ ਦੀਆਂ ਬਕਾਇਦਾ 164 ਦੇ ਬਿਆਨ ਹੋ ਚੁੱਕੇ ਆ ਕੋਰਟਾਂ 'ਚ ਜਾ ਕੇ, ਕਿਤੇ ਕੋਈ ਚੰਡੀਗੜ੍ਹ ਹੋਇਆ, ਕਿ ਕੋਈ ਦਿੱਲੀ ਹੋਇਆ, ਡੋਡੀ। ਉਹ ਦੁੱਖ ਤਾਂ ਇਹ ਹੈ ਵੀ ਉਹ ਵਿਚਾਰੇ ਗਰੀਬ ਘਰਾਂ ਦੇ ਹੈ, ਉਹ ਆਪਣੇ ਤਰੀਕਾਂ 'ਤੇ ਆ ਨਹੀਂ ਸਕਦੇ। ਹੁਣ ਉਹ ਮੇਨ ਹੰਸਰਾਜ ਹੈ ਇਸ 'ਚ, ਜਿਹੜੇ ਨੇ ਇਹ ਕੇਸ ਸਾਰਾ ਪਾਇਆ, ਉਹ ਵਿਚਾਰਾ ਹੁਣ ਢਵਾਣੇ ਦਾ, ਉਹ ਉੱਥੋਂ ਨਾ ਤਾਂ ਤਰੀਕ 'ਤੇ ਆ ਸਕਦਾ, ਉਹ ਜਦੋਂ ਨੂੰ ਆਉਂਦਾ ਉਦੋਂ ਨੂੰ ਇਹ ਤਰੀਕਾਂ ਲੈ ਕੇ ਗਾਂਹ ਤੁਰ ਜਾਂਦੇ ਆ। ਇਸ ਕਰਕੇ ਮੈਂ ਹਾਈ ਕੋਰਟ ਦੇ ਵਕੀਲ ਵੀ ਜੋ ਕੋਈ ਸੁਣਨਗੇ ਜਾਂ ਅੱਗੇ ਇਹ ਕੋਈ ਕਿਸੇ ਕੋਲ ਪਹੁੰਚੂਗੀ, ਸਾਰਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਉਹ ਮੁੰਡਿਆਂ ਦਾ ਸਾਥ ਸਾਰੇ ਦੇਣ ਰਲ ਕੇ। ਵਕੀਲ ਸਾਹਿਬ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕੋਈ ਇਸ 'ਚ ਖੜੇ ਹੋਣ ਔਰ ਇਹਨਾਂ ਦੇ ਜਿਹੜਾ ਪ੍ਰਭਾਵ ਹੈ, ਕਿਉਂਕਿ ਇਹਨਾਂ ਦੇ ਥਾਂ ਬੰਦੇ ਬੈਠੇ ਹੈ, ਉਹ ਕੇਸ ਨੂੰ ਇਹ ਅੱਗੇ ਵਧਣ ਨਹੀਂ ਦੇ ਰਹੇ। ਉਹ ਕੇਸ ਜੇ ਕਿਤੇ ਸਿਰੇ ਲੱਗ ਜੇ, ਇਹਦੀਆਂ ਮੁਸੀਬਤਾਂ ਹੋਰ ਵੀ ਵਧਣਗੀਆਂ। ਤੁਸੀਂ ਕਹਿੰਦੇ ਹੋ ਕਿ ਇੱਕ ਬਲਾਤਕਾਰੀ ਆ, ਅਜਿਹੇ ਗਲਤ ਕੰਮ ਕੀਤੇ, ਉਹ ਤਾਂ ਕਹਿੰਦਾ ਮੈਂ ਤਾਂ ਬਹੁਤ ਵਧੀਆ ਸੌਦਾ ਸਾਧ ਆ, ਮੈਂ ਲੋਕਾਂ ਨੂੰ ਚੰਗਾ ਗਿਆਨ ਦੇਣਾ। ਪੈਰੋਲ 'ਤੇ ਆ ਕੇ ਵੀ ਉਹਨਾਂ ਨੇ ਇਹ ਚੀਜ਼ਾਂ ਕਹੀਆਂ ਨੇ। ਉਹ ਤਾਂ ਜਦੋਂ ਕੁੜੀਆਂ ਨੇ ਵਿਚਾਰੀਆਂ ਨੇ ਉੱਥੇ ਬਿਆਨ ਦਿੱਤੇ ਆ ਰੋ ਕੇ, ਤੇ ਔਰ ਕਿਵੇਂ ਕਿੰਨੀਆਂ ਆਪਣੇ ਲੜਕੀਆਂ ਦੀਆਂ, ਅਨਮੈਰਿਡ ਲੜਕੀਆਂ ਦੀਆਂ ਬੱਚੇ ਦੀਆਂ ਕਢਾਈਆਂ, ਕਿੰਨਿਆਂ ਦਾ ਹੁਣ ਨਪੁੰਸਕ ਬਣਾਤਾ। ਉਹਨਾਂ ਤੋਂ ਜਾ ਕੇ ਸੁਣੋ ਨਾ ਵੀ ਇਹ ਕਿੰਨਾ ਕੁ ਦੁੱਧ ਹੋਤਾ ਹੈ। ਔਰ ਜਿਹੜੀਆਂ ਨੇ ਰੋ ਕੇ ਆਪਦੇ ਘਰ ਬਰਬਾਦ ਕਰਕੇ ਇਹਦੇ ਖਿਲਾਫ ਗਵਾਹੀ ਦਿੱਤੀ ਹੈ ਔਰ ਉਹਨਾਂ ਦੀ ਸਾਬਤ ਸੱਚੀ ਹੋਈ ਹੈ, ਉਹਨਾਂ ਨੂੰ ਪੁੱਛੋ ਵੀ ਇਹ ਕਿੰਨਾ ਕੁ ਭਗਤ ਹੈ। ਹਾਂਜੀ, ਰਾਮ ਰਹੀਮ ਦੀ ਗੁਫਾ ਦੀ ਚਰਚਾ ਹੁੰਦੀ ਹੈ, ਉਸ ਗੁਫਾ 'ਚ ਜਾਣ ਨੂੰ ਕਿਹਨੂੰ ਜਿਹੜੀ ਪਰਮਿਸ਼ਨ ਮਿਲਦੀ ਹੁੰਦੀ ਸੀ, ਉਸ ਬਾਰੇ ਕਿਸ ਨੂੰ ਪਤਾ ਸੀ? ਪਤਾ ਤਾਂ ਉੱਥੇ ਲੜਕੀਆਂ ਦਾ ਤਾਂ ਪਿੱਛੇ ਇਹਨਾਂ ਦੇ ਗੇਟ ਸੀ, ਉਹ ਲੜਕੀਆਂ ਜਾਂਦੀਆਂ ਸੀ। ਤੇ ਬਾਕੀ ਅਸੀਂ ਜਿਵੇਂ ਗੁਫਾ 'ਚ ਜਾਂਦੇ ਸੀ, ਇਹ ਧਰਮ ਸਿੰਘ ਇੱਕ ਰਤਨ ਹੁੰਦਾ ਸੀ, ਜ਼ਿਆਦਾ ਮੇਨ ਉਹ ਸੀਗੇ। ਤੇ ਬਾਕੀ ਆਮ ਪਬਲਿਕ ਦਾ ਉੱਥੇ ਜਾਣ ਦਾ ਕੋਈ ਹੈ ਹੀ ਨਹੀਂ ਸੀ, 2-3 ਬੰਦੇ ਸੀ ਜਿਹੜੇ ਜਾਂਦੇ ਸੀ, ਹੋਰ ਕਿਸੇ ਨੂੰ ਨਹੀਂ ਪਤਾ ਸੀ। ਹਾਂਜੀ, ਪੈਰੋਲ ਹੁਣ ਮਿਲੀ ਹੈ, ਵਿਰੋਧ ਲੋਕ ਕਰਨ ਲੱਗ ਪਏ ਨੇ, ਤਾਂ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਤੁਸੀਂ ਮੁੱਖ ਗਵਾਹ, ਕਈ ਵਾਰੀ ਦਰਦ ਵੀ ਹੁੰਦਾ ਮਨ 'ਚ ਕਿ ਇੰਨਾ ਭੁਗਤੇ ਆ, ਪਰ ਉਹ ਫਿਰ ਉਸੇ ਸਿਚੁਏਸ਼ਨ 'ਚ ਆ ਗਿਆ। ਦੇਖੋ ਜੀ, ਇੱਕ ਵਿਰੋਧ ਤਾਂ ਮਨ ਦੇ ਵੀ ਚਲੋ ਹੋ ਗਈ,
ਪਰ ਦੂਜਿਆਂ ਨੂੰ ਕਿਉਂ ਨਹੀਂ? ਸਾਰਿਆਂ ਵਾਸਤੇ ਕਾਨੂੰਨ ਇੱਕ ਹੋਣਾ ਚਾਹੀਦਾ, ਇਹਦੇ ਇਕੱਲੇ ਵਾਸਤੇ ਕਿਉਂ? ਵੀ ਇਹਨੂੰ ਜਦੋਂ ਮਰਜ਼ੀ ਚਾਹੁੰਦੇ ਸਰਕਾਰਾਂ ਉਸੇ ਟਾਈਮ ਇਹਨੂੰ ਬਾਹਰ ਲਿਆਉਂਦੀਆਂ। ਵੀ ਦੂਜਿਆਂ ਨੂੰ ਵੀ ਜਿਹੜੇ ਹੋਰ ਕੈਦੀ ਵੀ ਹੋਣਗੇ ਜੇਲ੍ਹਾਂ 'ਚ ਬਹੁਤ ਹੋਣਗੇ ਵਿਚਾਰਿਆਂ ਨੂੰ, ਜਿਹਨਾਂ ਨੂੰ ਕਦੇ ਬਾਹਰ ਦੀ ਹਵਾ ਹੀ ਨਹੀਂ ਲੱਗੀ, ਉਹਨਾਂ ਵਾਸਤੇ ਵੀ ਕਾਨੂੰਨ ਹੋਣੇ ਚਾਹੀਦੇ ਆ। ਇਸ ਕਰਕੇ ਇਸ ਨੂੰ ਤੀਜੇ ਦਿਨ ਬਾਹਰ ਲਿਆਉਣਾ, ਤੀਜੇ ਇੱਕ ਤਰ੍ਹਾਂ ਦਾ ਜਿਹੜੇ ਪਰਿਵਾਰ ਇਸ 'ਤੇ ਆਪਣੇ ਜਿਹਦੇ ਮਾਂ ਪਿਓ ਮਰੇ ਆ ਵਿਚਾਰਿਆਂ ਦੇ, ਉਹਨਾਂ ਦੇ ਜ਼ਖਮਾਂ 'ਤੇ ਨੂਨ ਛਿੜਕਿਆ ਜਾ ਰਿਹਾ ਇੱਕ ਤਰ੍ਹਾਂ ਦਾ। ਇਹ ਉਹ ਕੁਝ ਚੰਗਾ ਥੋੜ੍ਹਾ ਹੀ ਹੈ। ਇੱਕ ਜਿਹੜੇ ਨੇ ਐਡੀਆਂ ਐਡੀਆਂ ਗਲਤੀਆਂ ਕੀਤੀਆਂ, ਇੰਨਾ ਮਤਲਬ ਕੀਤਾ, ਉਸ ਨੂੰ ਜਦੋਂ ਮਰਜ਼ੀ ਹੈ ਛੁੱਟੀ ਮਿਲ ਜਾਏ, ਜਦੋਂ ਮਰਜ਼ੀ ਭੇਜ ਦਿਓ ਬਾਹਰ ਜੀ। ਫਿਰ ਉੱਥੇ ਆ ਕੇ ਹੁਣ ਕੀ ਉਹ ਕਰੂਗਾ, ਕੀ ਪ੍ਰੋਗਰਾਮ ਬਣਾਊਗਾ, ਕਿਸ ਤਰ੍ਹਾਂ ਕਰੂਗਾ, ਉਹ ਤਾਂ ਕੋਈ ਦੂਜੇ ਕੈਦੀਆਂ ਵਾਸਤੇ ਵੀ ਘਰੋਂ ਨਹੀਂ ਬਾਹਰ ਜਾਣਾ। ਇਹ ਜਿੱਥੇ ਮਰਜ਼ੀ ਕੁਛ ਉੱਥੇ ਖੌਰੂ ਪਾਈ ਜਾਵੇ, ਇਹਨੂੰ ਕੋਈ ਰੋਕ ਟੋਕ ਨਹੀਂ। ਤੁਹਾਡੇ ਕੋਲ ਕੀ ਇਨਪੁਟ ਹੈ ਬੇਅਦਬੀ ਮਸਲੇ ਤੇ? ਰਾਮ ਰਹੀਮ ਹੀ ਮਾਸਟਰਮਾਈਂਡ ਹੈ ਜਿਹੜੀ ਅੱਜ ਤੱਕ ਤੁਸੀਂ ਕੈਮਰੇ ਅੱਗੇ ਨਹੀਂ ਬੋਲੀ ਹੋਵੇਗੀ। ਮੇਰੇ ਕੋਲ ਇਹੀ ਹੈ ਵੀ ਇੱਕ ਤਾਂ ਉਦੋਂ ਸਾਰੇ ਉੱਥੋਂ ਦੀਆਂ ਆਪਣੀ ਜਿੰਨੀਆਂ ਅਗਵਾਈਆਂ ਹੋਈਆਂ, ਜਿੰਨੇ ਇਹ ਪ੍ਰਦੀਪ ਹੈ ਜਾਂ ਇੱਕ ਆਪਣੇ ਬਰੇਟੇ ਹੋ ਰਹੀ ਹੈ, ਉਹ ਸਾਰੇ ਬਰੇਟਾ ਜਿਹੜਾ ਬਰੇਟਾ ਮੁੰਡਾ ਹੈ ਇਹਦਾ ਓਮ ਪ੍ਰਕਾਸ਼ ਬਰੇਟਾ ਹੈ, ਉਹਦਾ ਮੁੰਡਾ ਸੰਦੀਪ ਹੈ ਕਿ ਕੀ ਹੈ ਮੇਰੇ ਉਹ ਇਹਦਾ ਖਾਸ ਜਦੋਂ ਮੈਂ ਉੱਥੇ ਹੁੰਦਾ ਸੀ ਗੁਫਾ ਦੇ ਵਿੱਚ ਹੁੰਦਾ ਸੀ, ਔਰ ਉਹ ਬੰਦਿਆਂ ਦਾ ਆਪਣੇ ਮੇਨ ਮਕਸਦ ਉਹ ਹੈ ਇਸ 'ਚ ਉਹਨਾਂ ਦਾ ਨਾਂ ਆਇਆ, ਔਰ ਉਹ ਜਿਹੜਾ ਨਾਂ ਆਇਆ ਉਹ ਇਹਦੇ ਕੋਲੋਂ ਆਰਡਰ ਲੈ ਕੇ ਆਏ ਹੈ। ਗੁਫਾ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ, ਇਹਨੇ ਕਿਹਾ ਵੀ ਜਿਹੜੇ ਮੈਨੂੰ ਇੰਨਾ ਕੁਛ ਬੋਲਦੇ ਤੇ ਤੁਸੀਂ ਉਹਨਾਂ ਸਿੱਖਾਂ ਦੇ ਗੁਰੂ ਨੂੰ ਜਾ ਕੇ ਕਰੋ। ਸਿਓਰਟੀ ਇਸ ਗੱਲ ਨੂੰ ਤੁਹਾਨੂੰ ਲੱਗਦਾ ਕਿ ਇਹ ਗੱਲ ਸੱਚੀ ਹੈ? ਤੁਸੀਂ ਔਨ ਕੈਮਰਾ ਕਹਿ ਰਹੇ ਹੋ। ਬਿਲਕੁਲ ਇਹ ਮੈਂ ਜਦੋਂ ਮੈਂ ਉੱਥੇ ਦੇਖਿਆ, ਅੱਖੀਂ ਦੇਖਿਆ ਆਪਣੇ ਗੁਫਾ ਦੇ ਵਿੱਚ ਸਾਰੇ ਬਰੇਟੇ ਹੋਰਿਆਂ ਨੂੰ, ਉੱਥੇ ਸਾਰਾ ਸਾਹਮਣੇ ਮਹਾਰਾਜ ਜੀ ਵਰਤਾਏ ਪੂਰਾ ਕੂੜ ਬੋਲਦਾ ਸੀ ਤੇ ਪੂਰਾ ਬੋਲਦੇ ਸੀ। ਹੋ ਹੀ ਨਹੀਂ ਸਕਦਾ ਵੀ ਇਹ ਜਿਹੜੇ ਬਰੇਟੇ ਹੋ ਰਹੀਆਂ ਜਿਹਨਾਂ ਦਾ ਨਾਂ ਆਇਆ, ਇਹਦੇ ਕਹਿਣ ਤੋਂ ਬਿਨਾਂ ਇੱਕ ਡੇਰੇ 'ਚੋਂ ਪੈਰ ਵੀ ਪੱਟ ਜਾਣ। ਇਹ ਸਾਰੇ ਉੱਥੇ ਹੈ। ਕਿਹਾ ਇਹ ਵੀ ਜਾ ਰਿਹਾ ਕਿ ਜਿਹੜੇ ਰਾਮ ਰਹੀਮ ਦੀ ਕਿਚਨ ਕੈਬਨਿਟ ਸੀਗੀ, ਉਸ ਕਿਚਨ ਕੈਬਨਿਟ ਜਦੋਂ ਉਹ ਬੈਠੇ ਹੁੰਦਾ ਤਾਂ ਉਹ ਆਪਣੇ ਬੰਦਿਆਂ ਨੂੰ ਇਹ ਕਹਿੰਦਾ ਰਿਹਾ ਕਿ ਅਜਿਹੇ ਗ੍ਰੰਥ ਤਾਂ ਮੈਂ 4-5 ਲਿਖਦਾ, ਮੇਰੇ ਕੋਲ ਸਮਾਂ ਨਹੀਂ ਹੈ। ਕੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦੀ ਇਹ ਸੋਚ ਸੀਗੀ? ਇੰਜ ਸ਼ਬਦ ਉਹਨਾਂ ਦੇ ਲਫ਼ਜ਼ ਨਿਕਲਦੇ ਸੀ ਉਹਨਾਂ ਦੇ ਮੂੰਹ ਤੋਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਤਾਏ ਤਾਂ ਇਹਦੀ ਸੋਚ ਇੰਨੀ ਭੈੜੀ ਸੀ, ਇੰਨੀ ਮਾੜੀ ਸੀ, ਕਹਿ ਨਹੀਂ ਸਕਦੇ। ਮੈਂ ਆਪ ਦਾ ਦਿਮਾਗ, ਆਪ ਦਾ ਦਿਲ ਵੀ ਦੁਖਦਾ। ਇਹਦੇ ਨਾਂ ਇਹਦੇ ਨਾਂ ਲੈਣੇ ਮਾੜਾ ਹੈ, ਔਰ ਇਹ ਉਸ ਪਰਤਾਏ ਤਾਂ ਮੈਂ ਇਹਦਾ ਕਹਿ ਨਹੀਂ ਸਕਦਾ, ਆਪ ਦਾ ਮੂੰਹ ਖਰਾਬ ਹੁੰਦਾ। ਪਰ ਸਾਡੇ ਲੋਕ ਕਿਵੇਂ ਮੰਨਣਗੇ? ਕਿਉਂਕਿ ਨਾ ਤਾਂ ਸਬੂਤ ਹੈ, ਨਾ ਕੋਈ ਜਿਹੜੀ ਸਿੱਧ ਹੋਈ ਹੈ ਗੱਲ, ਔਰ ਲੋਕ ਇਹਨਾਂ ਦੇ ਸਾਸੰਗ 'ਚ ਜਾ ਵੀ ਰਹੇ ਨੇ। ਸਿੱਧ ਤਾਂ ਹੁਣ ਹੋ ਜੇ ਜੇ ਉਹ ਇਹਨੂੰ ਆਪਣੇ ਪਹਿਲਾਂ ਜਦੋਂ ਸਰਕਾਰਾਂ ਸੀਗੀਆਂ ਇੱਦੋਂ ਪਹਿਲਾਂ ਵਾਲੀਆਂ, ਉਹ ਕਹਿੰਦੀਆਂ ਸੀ ਵੀ ਅਸੀਂ ਮਹੀਨੇ ਦੇ ਵਿੱਚ ਇਹਨੂੰ ਫੜ ਕੇ ਅੰਦਰੋਂ ਲਿਆਵਾਂਗੇ, ਅਸੀਂ ਇਹਨੂੰ ਸਜ਼ਾ। ਫਿਰ ਨਵੀਂ ਸਰਕਾਰ ਆਈ, ਉਹਨੇ ਕਿਹਾ ਅਸੀਂ ਹੁਣ ਕਰਦੇ। ਹੁਣ ਦੇਖੋ ਕਿੱਡਾ ਕਲਯੁਗ ਆ ਗਿਆ ਵੀ ਇੱਕ ਆਪ ਦਾ ਗੁਰੂ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਸ ਨੂੰ ਛੱਡ ਕੇ ਭੁੱਲ ਹੀ ਗਏ। ਕੋਈ ਕਹਿ ਹੀ ਨਹੀਂ ਰਿਹਾ ਵੀ ਹਾਂ ਉਹਦਾ ਕੋਈ ਕੇਸ ਚੱਲਦਾ ਹੈ ਜਾਂ ਉਹਨਾਂ ਦੀ ਬੇਅਦਬੀ ਹੋਈ ਹੈ ਕਿ ਨਹੀਂ ਹੋਈ। ਉਹਦਾ ਨਾਂ ਹੀ ਉਹਨੂੰ ਹਟ ਗਿਆ ਤੇ ਵੀ ਕਿਉਂਕਿ ਨਾ ਉਹਦਾ ਤਾਂ ਉਹਨੂੰ ਹਟ ਗਿਆ। ਇਹ ਮੁੱਖ ਇਹ ਹੈ, ਜੇ ਇਹ ਨਾ ਚੱਲੂਗਾ ਤਾਂ ਇਹਨੂੰ ਫੜ ਕੇ ਅੰਦਰ ਕਰਨਾ ਪਊਗਾ। ਔਰ 100% ਮੈਨੂੰ ਪਤਾ ਹੈ ਵੀ ਜਿੱਦਾਂ ਇਹ ਮਿਲਿਆ ਇਨਸਾਫ ਤੇ ਇਹ ਵਿੱਚ ਹੋਊਗਾ, ਇਹ ਵਿੱਚ ਹੋਊਗਾ। ਸਰਕਾਰਾਂ ਵੋਟ ਬੈਂਕ ਦੀ ਖਾਤਰ ਇਹਨੂੰ ਅੱਗੇ ਲਿਆਉਣਾ ਨਹੀਂ ਚਾਹੁੰਦੀਆਂ। ਹੁਣ ਇਸ ਨੂੰ ਇੱਕ ਤਰ੍ਹਾਂ ਦਾ ਰੱਦੀ ਟੋਕਰੀ 'ਚ ਸਿੱਟਣ ਦੀ ਕੋਸ਼ਿਸ਼ ਕਰ ਰਹੇ ਆ। ਗੁਰੂ ਮਹਾਰਾਜ ਜੀ ਦੀ ਬੇਅਦਬੀ ਨੂੰ ਇਹ ਚਾਹੁੰਦੇ ਨਹੀਂ ਵੀ ਉਸ 'ਤੇ ਕੋਈ ਕਾਰਵਾਈ ਹੋਵੇ ਔਰ ਉਹ ਇਨਸਾਫ ਮਿਲੇ। ਅਸੀਂ ਸਾਰੇ, ਮੈਂ ਹੱਥ ਜੋੜ ਕੇ ਸਾਰੀ ਪਬਲਿਕ ਨੂੰ ਸਾਰਿਆਂ ਨੂੰ ਕਹਿਣਾ ਵੀ ਗੁਰੂ ਮਹਾਰਾਜ ਜੀ ਸਾਡੇ ਸਾਰਿਆਂ ਦੇ ਆ। ਉਹ ਹੱਥ ਬੰਨ੍ਹ ਕੇ ਮੇਰੀ ਹੈ, ਸਾਰੇ ਇਸ ਮਸਲੇ 'ਤੇ ਇੱਕ ਹੋ ਕੇ ਸਾਰੇ ਇਕੱਠੇ ਆਵਾਜ਼ ਚੱਕੋ ਅਤੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਇਨਸਾਫ ਲੈ ਲਓ। ਅਤੇ ਜੇ ਸਰਕਾਰਾਂ ਤੋਂ ਚਾਹੋਗੇ ਤੇ ਸਰਕਾਰਾਂ ਬਾਈ ਜੀ ਮੈਂ ਹੱਥ ਬੰਨ੍ਹ ਕੇ ਕਹਿੰਦਾ ਤੁਹਾਨੂੰ ਕੋਈ ਇਨਸਾਫ ਕਦੇ ਨਾ ਅੱਜ ਮਿਲਿਆ ਨਾ ਕੋਈ ਕੱਲ੍ਹ ਮਿਲੇ, ਇਹ ਮਿਲਣਾ ਹੀ ਨਹੀਂ। ਹਾਂਜੀ, ਡੇਰੇ ਦਾ ਕੀ ਭਵਿੱਖ ਹੈ? ਕੌਣ ਇਸ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ? ਖਬਰਾਂ ਤੁਸੀਂ ਦੇਖਦੇ ਹੋਵੋਗੇ, ਤੁਹਾਡੇ ਫੋਨ 'ਤੇ ਵੀ ਚੀਜ਼ਾਂ ਆਉਂਦੀਆਂ ਰਹਿਣਗੀਆਂ। ਡੇਰਾ ਫਿਰ ਉਵੇਂ ਦਾ ਉਵੇਂ ਚੱਲ ਰਿਹਾ, ਜਿਹੜੀਆਂ ਸੰਗਤਾਂ ਮੰਨਦੀਆਂ ਉਸ ਡੇਰੇ ਨੂੰ ਉਹ ਮੰਨ ਰਹੀਆਂ ਨੇ। ਅਤੇ ਕਬਜ਼ਾ ਕੌਣ ਕਰਨਾ ਚਾਹੁੰਦਾ ਹੈ? ਹਨੀਪ੍ਰੀਤ ਜਾਂ ਫਿਰ ਕੋਈ ਹੋਰ ਚਿਹਰਾ ਹੈ? ਹਨੀਪ੍ਰੀਤ ਹੀ ਆ, ਹੋਰ ਤਾਂ ਹੁਣ ਚਿਹਰਾ ਹੈ ਹੀ ਨਹੀਂ। ਪਰਿਵਾਰ ਪਹਿਲਾਂ ਪਰਿਵਾਰ ਦਾ ਸੁਣਿਆ ਸੀ, ਪਰਿਵਾਰ ਤਾਂ ਸੁਣਨਾ ਚਾਹਿਆ ਵੀ ਇੱਥੋਂ ਸਾਰਾ ਚਲੇ ਗਿਆ, ਇੰਡੀਆ 'ਚ ਇਹ ਨਹੀਂ ਬਾਹਰ ਹੈ। ਤੇ ਹਨੀਪ੍ਰੀਤ ਹੈ, ਹਨੀਪ੍ਰੀਤ ਤੋਂ ਬਿਨਾਂ ਡੇਰੇ ਹੁਣ ਪੱਤਾ ਨਹੀਂ ਹਿਲਦਾ। ਰਾਮ ਰਹੀਮ ਦੀ ਕੋਈ ਪਲੈਨਿੰਗ ਸੀ ਕਿ ਆਪਣੀ ਫੈਮਿਲੀ ਨੂੰ ਬਾਹਰ ਸੈੱਟ ਕਰ ਦੇਵਾਂ? ਉਸ ਨੂੰ ਡਰ ਹੋਣਾ ਕਿ ਯਾਰ ਇੱਕ ਨਾ ਇੱਕ ਦਿਨ ਤਾਂ ਰੌਲਾ ਪੈਣਾ ਹੀ ਪੈਣਾ,
ਕੋਈ ਪਲੈਨਿੰਗ ਸੀ ਉਹਨਾਂ ਦੀ ਪਹਿਲਾਂ ਤੋਂ? ਨਹੀਂ, ਪਹਿਲਾਂ ਤਾਂ ਪਲਾਨਿੰਗ ਨਹੀਂ, ਪਰ ਜਦੋਂ ਦੀ ਹਨੀਪ੍ਰੀਤ ਇਹਦੇ ਨਾਲ ਸੰਪਰਕ 'ਚ ਆ ਗਏ ਉਦੋਂ ਬਾਅਦ ਸਾਰੀਆਂ ਪਲਾਨਾਂ ਸ਼ੁਰੂ ਹੋ ਗਈਆਂ। ਹਨੀਪ੍ਰੀਤ ਨੇ ਇੱਕ ਤਰ੍ਹਾਂ ਦਾ ਇਹ ਸਮਝ ਲਿਆ ਵੀ ਡੇਰੇ ਤੇ ਕਬਜ਼ਾ ਔਰ ਸਾਰੇ ਚੀਜ਼ ਤੇ ਕਬਜ਼ਾ ਮੈਂ ਕਰਨਾ ਹੈ। ਉਹ ਉਸ 'ਚ ਸਫਲ ਹੋ ਚੁੱਕੀ ਹੈ। ਪਰਿਵਾਰ ਨੂੰ ਇਸ ਤਰ੍ਹਾਂ ਦੇਖੀਏ ਤਾਂ ਪਰਿਵਾਰ ਨੂੰ ਇੱਥੋਂ ਸਾਰਾ ਇਸ ਇੰਡੀਆ 'ਚੋਂ ਬਾਹਰ ਕੱਢਤਾ। ਹਾਂਜੀ, ਗੱਲ ਕਰ ਲਿੱਤੀ ਜਾਵੇ ਤਾਂ ਪੰਜਾਬ ਦੀ ਸਿਆਸਤ ਹੁਣ 2024 ਦੀ ਇਲੈਕਸ਼ਨ ਆ ਚੁੱਕੀ ਹੈ। ਉਸ ਤੋਂ ਪਹਿਲਾਂ ਪੈਰੋਲ ਮਿਲਣੀ, ਕਿਉਂਕਿ ਪਹਿਲਾਂ ਵੀ ਗੱਲਾਂ ਹੋਈਆਂ ਚੋਣਾਂ ਵੇਲੇ ਕਿ ਪੈਰੋਲ ਮਿਲ ਗਈ, ਵੋਟ ਬੈਂਕ ਟੁੱਟੇਗਾ, ਕਈ ਬੰਦੇ ਡੇਰੇ 'ਚ ਦਿਖਾਈ ਵੀ ਦਿੱਤੇ, ਲੀਡਰ ਦਿਖਾਈ ਵੀ ਦਿੱਤੇ ਸੰਪਰਕ ਕਰਦੇ ਹਨ। ਪੰਜਾਬ ਦੀ ਸਿਆਸਤ 'ਚ ਹੁਣ ਫਰਕ ਪਾ ਸਕਦਾ, ਕਿਉਂਕਿ ਹੁਣ ਪੈਰੋਲ ਆਮ ਮਿਲਣੀ ਸ਼ੁਰੂ ਹੋ ਗਈ ਹੈ, ਲੋਕ ਫੇਰ ਜੁੜਨਾ ਸ਼ੁਰੂ ਹੋ ਚੁੱਕੇ ਨੇ। ਡੇਰੇ ਦਾ ਵੋਟ ਬੈਂਕ ਅਸਰ ਪਾਵੇਗਾ 2024 ਦੀ ਇਲੈਕਸ਼ਨ ਪੰਜਾਬ 'ਤੇ? ਮੈਨੂੰ ਨਹੀਂ ਲੱਗਦਾ ਕੋਈ ਪਾਊਗਾ, ਪਰ ਇਹਨਾਂ ਰਾਜਨੀਤੀ ਬੰਦਿਆਂ ਨੂੰ ਡਰ ਜ਼ਰੂਰ ਹੈ। ਪਰ ਜਿੱਥੇ ਆਪਾਂ ਸੰਗਰੂਰ ਇਲੈਕਸ਼ਨ ਹੋਏ ਆ ਉੱਥੇ ਮੈਂ ਤਾਂ ਨਹੀਂ ਦੇਖਿਆ ਵੀ ਇਹ ਇੱਕ ਤਰਫਾ ਇਹਨਾਂ ਨੇ ਐਲਾਨ ਕੀਤਾ ਸੀ। ਉੱਥੇ ਉਹ ਜਿਹੜੀ ਪਾਰਟੀ ਨੂੰ ਕੀਤਾ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਜੇ ਫਿਰ ਇਹਨਾਂ ਦਾ ਪ੍ਰਭਾਵ ਹੁੰਦਾ ਤਾਂ ਫਿਰ ਉਹ ਦੂਜੇ ਨੰਬਰ 'ਤੇ ਜਾਂ ਤੀਜੇ 'ਤੇ ਆਉਂਦੇ, ਉਹ ਚੌਥੇ ਪੰਜਵੇਂ 'ਤੇ ਕਿਉਂ ਆਏ? ਇਸ ਕਰਕੇ ਹੁਣ ਲੋਕ ਜਿਹੜੇ ਪੰਜਾਬ ਦੇ ਬਹੁਤ ਸਿਆਣੇ ਹੋ ਗਏ। ਪਹਿਲਾਂ ਕੁਝ ਹੋਰ ਸੀ, ਹੁਣ ਤਾਂ ਉਹ ਆਪਦੇ ਮਤਲਬ ਦੇ ਹਿਸਾਬ ਨਾਲ ਆਪਦੇ ਉਹਨਾਂ ਨੇ ਕੰਮ ਧੰਦੇ ਲੈਣੇ ਆ, ਉਸ ਹਿਸਾਬ ਨਾਲ ਚੱਲਦੇ ਆ। ਹੁਣ ਇਹਦਾ ਵੋਟ ਬੈਂਕ ਹੈ ਨਹੀਂ ਆ, ਇਹ ਤਾਂ ਐਵੇਂ ਇੱਕ ਹਊਆ ਹੈ ਲੋਕਾਂ ਦੇ ਅੰਦਰ। ਉਹ ਹਊਆ ਜੇ ਨਿਕਲ ਜੇ ਤਾਂ ਇਹਨੂੰ ਕੋਈ ਪੁੱਛੇ ਵੀ ਨਾ, ਕਦੇ ਬਾਹਰ ਵੀ ਨਾ ਆਵੇ। ਹਾਂਜੀ, ਗੱਲ ਕਰ ਲਿੱਤੀ ਜਾਵੇ ਤਾਂ ਰਾਮ ਰਹੀਮ ਪੈਰੋਲ ਤੇ ਬਾਹਰ ਆਇਆ, ਫਿਰ ਗੱਲ ਛਿੜਦੀ ਹੈ ਬੰਦੀ ਸਿੰਘਾਂ ਦੀ। ਬੰਦੀ ਸਿੰਘ ਕਿਉਂ ਨਹੀਂ ਰਿਹਾ ਕੀਤੇ ਜਾ ਰਹੇ, ਕਿਉਂ ਨਹੀਂ ਉਹਨਾਂ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ? ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਔਰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਵੀ ਇਸ 'ਚ ਸਾਡੇ ਮਤਲਬ ਕੁਛ ਇੱਥੇ ਧਰਨੇ ਲੱਗਿਆ, ਕੁਛ ਹੈ। ਜੇ ਉਹ ਇੱਕ ਮੁੱਠ ਹੋ ਕੇ ਸਿਰਫ ਤੇ ਇੱਕ ਉਹਨਾਂ 'ਤੇ ਅਸੀਂ ਸਾਰਾ ਫੋਕਸ ਕਰਦੇ, ਹੋਰ ਜਿਹੜੀਆਂ ਵਿੱਚ ਹੈਗੀਆਂ ਵੀ ਫਲਾਨਾ ਐ ਕਰ ਲਓ ਫਲਾਨਾ, ਉਹਨਾਂ ਨੂੰ ਛੱਡ ਕੇ ਤਾਂ ਫਿਰ ਕੁਝ ਨਾ ਕੁਝ ਹੋਇਆ। ਇਸ ਕਰਕੇ ਇਹਦੇ ਮਗਰ ਵੀ ਸਰਕਾਰਾਂ ਨੂੰ ਐ ਵੀ ਵੋਟ ਬੈਂਕ ਹੈ, ਇਹਨੂੰ ਤਾਂ ਕਰਕੇ ਤੀਜੇ ਦਿਨ। ਔਰ ਸਾਡੇ ਦੁੱਖ ਤਾਂ ਇਸ ਗੱਲ ਦਾ ਵੀ ਕਿੰਨੇ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਹੋ ਗਈਆਂ, ਸਾਰਾ ਕੁਝ ਉਹ ਕੱਟੀ ਬੈਠੇ ਹੈ। ਦਿੱਲੀ ਕੁਛ ਇੱਕ ਦੇ ਸਾਈਨ ਹੋਣ ਵਾਲੇ ਰਹਿੰਦੇ ਆ, ਉਹ ਤਾਂ ਨਹੀਂ ਹੋ ਵਿਚਾਰੇ ਦੀ ਰਿਹਾਈ ਹੋ ਰਹੀ। ਔਰ ਕਈ ਕਿਤੇ ਜੇਲ੍ਹਾਂ। ਤੁਸੀਂ ਕਹਿੰਦੇ ਹੋ ਕਿ ਰਾਮ ਰਹੀਮ ਨੂੰ ਸਰਕਾਰਾਂ ਬਚਾ ਰਹੀਆਂ ਨੇ, ਫਿਰ ਉਦੋਂ ਕਿਸੇ ਸਰਕਾਰ ਨੇ ਕਿਉਂ ਨਹੀਂ ਬਚਾਇਆ ਜਦੋਂ ਰਾਮ ਰਹੀਮ ਦੇ ਸਾਰੇ ਰਾਹ ਬੰਦ ਹੋ ਗਏ ਸੀ? ਉਹ ਪਰਮਾਤਮਾ ਨੇ ਐਸਾ ਜੱਜ ਸਾਹਿਬ ਲਿਆ ਕੇ ਇਨਸਾਫ ਵਾਲਾ ਬਿਠਾਇਆ, ਜਿਹੜਾ ਨੇ ਐਨ ਨਾ ਇੱਧਰ ਸੱਚਾਈ ਨੂੰ ਦੇਖ ਕੇ ਔਰ ਸਾਰੇ ਚੀਜ਼ਾਂ ਨੂੰ ਦੇਖ ਕੇ ਉਹਨੇ ਸਜ਼ਾ ਸੁਣਾਈ ਹੈ। ਤੁਹਾਨੂੰ ਲੱਗਦਾ ਜਦੋਂ ਤੁਸੀਂ ਗਵਾਹ ਸੀ, ਅਪਰੋਚ ਵੀ ਕਰਦੇ ਹੋਣਗੇ ਡੇਰੇ ਵਾਲੇ, ਤੁਹਾਨੂੰ ਲੱਗਦਾ ਕਿ ਉਦੋਂ ਸਰਕਾਰ ਬਚਾਅ ਕਰ ਰਹੀ ਸੀ? ਅਪਰੋਚ ਤਾਂ ਜਿਹੜੇ 10 ਸਾਲ ਕੇ 15 ਸਾਲ ਜਿਹੜੇ ਟੱਪ ਗਏ ਸੀ, ਉਹ ਅਪਰੋਚਾਂ ਨੇ ਇਹਦੇ ਟਪਾਏ ਸੀ। ਜਦੋਂ ਸਰਕਾਰਾਂ ਇਹ ਕੇਸ ਸ਼ੁਰੂ ਹੁੰਦਾ ਸੀ ਕਿਤੇ CM ਤਾਈਂ ਜਾਂ ਪ੍ਰਧਾਨ ਮੰਤਰੀ ਤਾਈਂ ਸਿਫਾਰਿਸ਼ਾਂ ਪੈ ਜਾਂਦੀਆਂ ਸੀ, ਔਰ ਉਹ ਡਿਲੇ ਹੋ ਜਾਂਦਾ। ਜਿੱਥੇ ਉਹ ਸਾਲ ਦੇ ਅੱਧ 'ਚ ਆਉਣਾ ਸੀ, ਉਹ ਅਗਲੇ ਸਾਲ ਚਲਾ ਜਾਂਦਾ। ਉਹ ਉਦੋਂ 15 ਸਾਲ ਕਿ 12 ਸਾਲ ਇਸੇ ਕਰਕੇ ਹੀ ਟੱਪੇ ਸੀ। ਪਰ ਉਹ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਸਹੀ ਮੇਨ ਜੱਜ ਸਾਹਿਬ ਆਏ ਜਗਦੀਸ਼ ਸਿੰਘ ਜੀ, ਉਹਨਾਂ ਨੇ ਸਹੀ ਦਾ ਸਹੀ, ਪਾਣੀ ਦਾ ਦੁੱਧ ਪਾਣੀ ਦਾ ਪਾਣੀ ਲਿਆ ਕੇ ਦਿੱਤਾ। ਹਾਂਜੀ, ਰਾਮ ਰਹੀਮ ਹੁਣ ਪੈਰੋਲ ਤੇ ਬਾਹਰ ਆਏ ਨੇ, ਆਉਣ ਵਾਲੇ ਇਲੈਕਸ਼ਨ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਉਹ ਬਾਹਰ ਆ ਸਕਦੇ ਨੇ। ਗੱਲ ਕਰ ਲਿੱਤੀ ਜਾਵੇ ਤਾਂ ਸਿੱਧੇ ਤੌਰ ਤੇ ਭਾਜਪਾ ਨਾਲ ਕਨੈਕਸ਼ਨ ਜੋੜਿਆ ਜਾਂਦਾ। ਉਹਨਾਂ ਸਮਿਆਂ 'ਚ ਤੁਸੀਂ ਨਾਲ ਰਹੇ ਹੋ, ਉਸ ਸਮੇਂ 'ਚ ਸਰਕਾਰ ਦੇ ਨਾਲ ਕੀ ਲਿੰਕ ਸੀਗੇ? ਰਾਮ ਰਹੀਮ ਦੇ ਮੂੰਹੋਂ ਕੀ ਸ਼ਬਦ ਹੁੰਦੇ ਸੀ ਸਰਕਾਰ ਪ੍ਰਤੀ? ਉਹਨਾਂ ਦੇ ਲਿੰਕ ਕਿਹੋ ਜਿਹੇ ਸੀਗੇ? ਉਦੋਂ ਤਾਂ ਭਾਜਪਾ ਉਦੋਂ ਬਹੁਤ ਪਿੱਛੇ ਸੀ, ਉਦੋਂ ਤਾਂ ਹੋਰ ਪਾਰਟੀਆਂ ਸੀਗੀਆਂ, ਪਰ ਇਹਦੇ ਕਹਿਣ 'ਤੇ ਬਹੁਤ ਮਤਲਬ ਘੱਟ ਲੋਕ। ਕੇਰਾਂ ਇਹਨੇ ਕਿਹਾ ਸੀ ਵੀ ਸਾਰਿਆਂ ਨੇ ਇਹ ਆਪਣੇ ਕਾਂਗਰਸ ਦੀ ਮਦਦ ਕਰਨੀ ਆ, ਡਟ ਕੇ ਕਿਹਾ। ਅਤੇ ਸਰਸਾ ਇੱਕ ਦੜਬਾ ਸੀਟ ਹੈ, ਉੱਥੇ ਇਹਦੇ ਮੇਨ ਡੇਰਾ ਹੈ, ਔਰ ਇਹਨਾਂ ਦੇ ਸਾਰੇ ਬੰਦਿਆਂ ਨੇ ਜ਼ੋਰ ਲਾ ਕੇ ਵੋਟ ਪਾਈ। ਉੱਥੋਂ ਅਨੈਲੋ ਪਾਰਟੀ ਦਾ ਕੈਂਡੀਡੇਟ ਜਿੱਤਿਆ, ਫਿਰ ਵੀ ਇਹਨਾਂ ਦਾ ਬੰਦਾ ਉੱਥੋਂ ਜਿੱਤ ਨਹੀਂ ਸਕਿਆ। ਫਿਰ ਦੇਖੀਏ ਤਾਂ ਵੀ ਇਹਦਾ ਪ੍ਰਭਾਵ ਕੀ ਰਹਿ ਗਿਆ। ਇਹ ਤਾਂ ਠੀਕ ਹੈ ਵੀ ਲੋਕਾਂ ਦਾ ਕੁਦਰਤੀ ਹਵਾ ਹੁੰਦੀ ਆ, ਉੱਧਰ ਨੂੰ ਕੁਛ ਇਹਨਾਂ ਦੀ 10 ਵੋਟਾਂ ਆ ਗਈਆਂ, ਉਹ ਵਿੱਚ ਰਲ ਗਈਆਂ, ਅਤੇ ਵੈਸੇ ਇਹਦਾ ਕੋਈ ਪ੍ਰਭਾਵ ਨਹੀਂ ਹੈ। ਇਹ ਲੋਕਾਂ ਦੇ ਐਵੇਂ ਇੱਕ ਦਿਮਾਗ 'ਚ ਕੀੜਾ ਵੜ ਗਿਆ ਵੀ ਇਹਦਾ ਪਤਾ ਨਹੀਂ ਕਿੱਡਾ ਕੁ ਪ੍ਰਭਾਵ ਹੈ ਅਤੇ ਕੀ ਇਹ ਹੈ। ਇਹ ਕੁਛ ਨਹੀਂ, ਇਸ ਟਾਈਮ ਵੋਟ ਬੈਂਕ ਇਹਦਾ ਖਤਮ ਹੋ ਚੁੱਕਿਆ। ਰਾਮ ਰਹੀਮ ਨੂੰ ਸਜ਼ਾ ਹੋ ਗਈ, ਪੈਰੋਲ ਮਿਲ ਰਹੀ ਹੈ, ਕਿਤੇ ਦਿਲ ਕਰਦਾ ਕਿ ਹੁਣ ਛੱਡ ਯਾਰ, ਹੋਰ ਕੇਸਾਂ 'ਚ ਕੀ ਪੈਣਾ, ਸਜ਼ਾ ਤਾਂ ਹੋ ਚੁੱਕੀ ਆ, ਇਹਦਾ ਫਿਰ ਉਹੀ ਰੁਤਬਾ ਇੱਕ ਤਰ੍ਹਾਂ ਦਾ, ਫਿਰ ਉਹੀ ਪੈਰੋਲ।
ਕਿਵੇਂ ਮਨ ਨੂੰ ਸਮਝਾਉਂਦੇ ਹੋ ਫਿਰ? ਨਹੀਂ ਸਮਝਾਉਂਦੇ ਇਹ ਆ ਵੀ ਜਿਹੜੀ ਸੱਚਾਈ ਤੇ ਚੱਲਣਾ ਹੈ। ਹੁਣ ਜਿਹੜੇ ਮੁੰਡਿਆਂ ਦੇ ਨਪੁੰਸਕ ਕਮਾਇਆ ਉਹਨਾਂ ਦੇ ਪਰਸਾਇਆ ਮੈਂ ਚੱਲ ਰਿਹਾ ਔਰ ਚੱਲਦਾ, ਉਹਨਾਂ ਦਾ ਜਿੰਨਾ ਹੋ ਸਕਿਆ ਵਿਚਾਰਿਆਂ ਦਾ ਵਕੀਲਾਂ ਰਾਹੀਂ ਜਿੱਥੇ ਕਿਤੇ ਉਹਨਾਂ ਨਾਲ ਜਾਣਾ ਪਿਆ ਜਾਵਾਂਗੇ, ਉਹਨਾਂ ਵਾਸਤੇ ਕਰਾਂਗੇ, ਉਹਨਾਂ ਨੂੰ ਇਨਸਾਫ ਦਿਵਾ ਕੇ ਰਹਾਂਗੇ, ਕੋਸ਼ਿਸ਼ ਕਰਾਂਗੇ ਪਰਮਾਤਮਾ ਅੱਗੇ। ਬਾਕੀ ਆਪਣੇ ਮਾਧਿਅਮ ਰਾਹੀਂ ਮੈਂ ਹੋਰ ਭਰਾਵਾਂ ਨੂੰ ਵੀ ਸਾਰਿਆਂ ਨੂੰ ਕਹਿਣਾ, ਵਕੀਲਾਂ ਸਾਹਿਬਾਨਾਂ ਨੂੰ ਵੀ ਕਹਿਣਾ ਵੀ ਇਹਨਾਂ ਮੁੰਡਿਆਂ ਦੀ ਤੁਸੀਂ ਹੱਥ ਜੋੜ ਕੇ ਮਦਦ ਕਰੋ ਔਰ ਇਹਨਾਂ ਦੇ ਇਨਸਾਫ ਇਹਨਾਂ ਨੂੰ ਦਿਵਾਓ। ਇਹਨਾਂ ਨਾਲ ਬਹੁਤ ਜਿਹੜਿਆਂ ਦੇ ਸ਼ਾਦੀਆਂ ਨਹੀਂ ਹੋਈਆਂ ਸੀ, ਇਨਸਾਫ ਉਹ 18 20 ਸਾਲ ਦੇ ਮੁੰਡੇ ਸੀ, ਉਹ ਨਾ ਅੱਜ ਘਰ ਦੇ ਨਾ ਘਾੜਦੇ ਰਹੇ ਵਿਚਾਰੇ, ਉਹ ਜ਼ਿੰਦਗੀਆਂ ਕਰਦੇ ਆ ਦੇ ਅਸੀਂ ਕੀ ਲੈਣਾ ਉੱਥੋਂ ਜਾਓ ਜਿੱਥੇ ਜਾਣਾ, ਕੋਈ ਉਹਨਾਂ ਨੂੰ ਪੁੱਛਦਾ ਨਹੀਂ ਕਰਦਾ ਨਹੀਂ। ਉਹਨਾਂ ਦੇ ਵਿਚਾਰਿਆਂ ਦੇ ਸਾਰੇ ਤਰਸ ਖਾ ਕੇ ਉਹਨਾਂ ਨੂੰ ਇਨਸਾਫ ਦਿਵਾ ਦਿਓ, ਹੱਥ ਬੰਨ੍ਹ ਕੇ ਬੇਨਤੀ ਮੇਰੀ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਧੰਨਵਾਦ। ਤਾਂ ਇਹ ਸੀ ਖੱਟਾ ਸਿੰਘ ਜੋ ਕਿ ਰਾਮ ਰਹੀਮ ਦੇ ਡਰਾਈਵਰ ਵੀ ਰਹੇ ਨੇ ਔਰ ਰਾਮ ਰਹੀਮ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਤਾਂ ਹਾਲੇ ਉਹਨਾਂ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਨੇ ਔਰ ਖੱਟਾ ਸਿੰਘ ਅਜਿਹਾ ਨਾਮ ਹੈ ਜਿਹੜਾ ਹੋਰ ਅੱਗੇ ਬਹੁਤ ਜਾਏਗਾ ਇਸ ਕੇਸ ਨੂੰ ਲੈ ਕੇ, ਕਿਉਂਕਿ ਹਾਲੇ ਇੱਕ ਹੋਰ ਕੇਸ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਔਰ ਖੱਟਾ ਸਿੰਘ ਦਾ ਇਲਜ਼ਾਮ ਇਹ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਉਸ ਕੇਸ ਨੂੰ ਦੱਬ ਰਹੀਆਂ ਨੇ ਕਿਉਂਕਿ ਰਾਮ ਰਹੀਮ ਨੇ ਅੰਦਰ ਖਾਤੇ ਕੋਈ ਸੈਟਿੰਗ ਕੀਤੀ ਹੈ ਔਰ ਕੇਸ ਜਿਹੜਾ ਹੈ ਉਹ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਦੇ ਨਾਲ ਰਿਲੇਟ ਹੈ, ਕਿਉਂਕਿ ਜਦੋਂ ਮਾਮਲਾ ਸਾਹਮਣੇ ਆਇਆ ਸੀ ਕਿ ਨੌਜਵਾਨ ਮੁੰਡਿਆਂ ਨੂੰ ਨਪੁੰਸਕ ਕੀਤਾ ਗਿਆ ਸੀ ਔਰ ਇਸ ਦੇ ਵਿੱਚ ਹਾਲੇ ਰਾਮ ਰਹੀਮ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਸਜ਼ਾ ਹੋਣੀ ਬਾਕੀ ਆ ਔਰ ਯਾਨੀ ਕਿ ਦੋਸ਼ ਜਿਹੜੇ ਆ ਉਹ ਸਾਬਤ ਹੋਣੇ ਬਾਕੀ ਨੇ। ਵੇਖਣਾ ਹੋਵੇਗਾ ਕਿ ਰਾਮ ਰਹੀਮ ਪੈਰੋਲ ਤੇ ਤਾਂ ਬਾਹਰ ਆ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਘਟਣਗੀਆਂ ਨਹੀਂ ਵਧਣਗੀਆਂ ਹੀ। ਉਦੋਂ ਤੱਕ ਵੇਖਦੇ ਰਹੋ ਪ੍ਰੋ ਪੰਜਾਬ ਟੀਵੀ।